ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਛੇਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ। ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਉਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ। ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ। ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਾਨਾ। ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਵਿਆਹ। ਟੱਠੀਆਂ ਕੰਮ ਨ ਆਵਨੀ ਵਿੱਚੋਂ ਸਖਣੀਆਂ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ। ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨਾ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ। ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨਹਾਨਾ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਅੱਖੀ ਲੋੜੀ ਨਾ ਲਹਾਂ ਹਉ ਚੜ ਲੰਗਾ ਕਿਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟਹਿ ਜਿਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟਹਿ ਜਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ। ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ। ਦਸੋਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰਾਂ ਦੇ ਦਰਸ਼ਨ ਪਰਸ ਰਹੇ ਹੋ।
ਸਤਿਗੁਰਾਂ ਦੀ ਰੱਬੀ ਬਾਣੀ, ਧੁਰ ਕੀ ਬਾਣੀ, ਅਕਾਲੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦੇ ਪ੍ਰਾਪਤ ਹੋਏ ਪਾਵਨ ਮਹਾਵਾਕ, ਮੁੱਖ ਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਆਓ ਕੁਝ ਸਮਾਂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਸਤਿਗੁਰਾਂ ਦੀ ਸ਼ਬਦ ਦੀ ਵਿਚਾਰ ਨਾਲ ਜੁੜੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਇਸ ਪਾਵਨ ਸ਼ਬਦ ਦੀ ਉਥਾਨਕਾ ਮਹਾਂਪੁਰਸ਼ ਦੱਸਦੇ ਹਨ ਕਿ ਤੁਲੰਬੇ ਨਗਰ ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਗਏ ਨੇ, ਭਾਈ ਮਰਦਾਨਾ ਜੀ ਜਦੋਂ ਸੱਚਖੰਡ ਗਮਨ ਕਰ ਗਏ ਤਾਂ ਉਹਨਾਂ ਦੇ ਸਪੁੱਤਰ ਭਾਈ ਸਜਾਦੇ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਖੁਰਮ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਪਾਤਸ਼ਾਹ ਨੇ ਤੁਲੰਬੇ ਨਗਰ ਆ ਕੇ ਪੜਾਅ ਕੀਤਾ ਹੈ। ਇੱਥੇ ਜਦੋਂ ਸਤਿਗੁਰੂ ਜੀ ਉਤਰੇ ਤਾਂ ਸੱਜਣ ਨਾਮ ਦਾ ਇੱਕ ਵਿਅਕਤੀ ਇੱਥੇ ਰਹਿੰਦਾ ਹੈ, ਜਿਹਨੂੰ ਇਤਿਹਾਸ ਵਿੱਚ ਸੱਜਣ ਠੱਗ ਲਿਖਿਆ। ਇਹਨੇ ਆਪਣੇ ਸਰੀਰ ਤੇ 12 ਤਿਲਕ ਲਾਏ ਹੋਏ ਨੇ, ਪੂਰੀ ਧਾਰਮਿਕ ਲਿਬਾਸ, ਧਾਰਮਿਕ ਭੇਖ ਬਾਹਰੋਂ ਧਾਰਨ ਕੀਤਾ ਹੋਇਆ ਹੈ, ਸੋਹਣੇ ਮੰਦਰ ਬਣਾਏ ਹੋਏ ਨੇ। ਜਦੋਂ ਕੋਈ ਮੁਸਾਫਰ ਆਉਂਦੇ ਜਾਂਦੇ ਨੇ ਤਾਂ ਉਹਨਾਂ ਨੂੰ ਅੰਦਰ ਡੱਕ ਕੇ ਉਹਨਾਂ ਪਾਸ ਜੋ ਕੁਝ ਹੁੰਦਾ ਲੁੱਟ ਲੈਂਦਾ, ਖੋਹ ਲੈਂਦਾ ਔਰ ਉਹਨਾਂ ਦਾ ਕਤਲ ਕਰ ਦਿੰਦਾ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਇੱਥੇ ਗਏ ਤੇ ਭਾਈ ਸਜਾਦੇ ਨੂੰ ਇਹਨੇ ਪਕੜ ਲਿਆ ਸੀ। ਮਹਾਰਾਜ ਜੀ ਕਹਿੰਦੇ ਚੱਲ ਭਾਈ ਬਾਲਿਆ। ਭਾਈ ਸਜਾਦਾ ਪਕੜਿਆ ਗਿਆ, ਜਾ ਕੇ ਉਹਨੂੰ ਛੁਡਾ ਲਿਆਈਏ। ਜਦੋਂ ਸੱਜਣ ਠੱਗ ਦੇ ਕੋਲ ਪਹੁੰਚੇ ਤੇ ਸੱਜਣ ਨੇ ਸਰੀਰ ਤੇ 12 ਤਿਲਕ ਲਾਏ ਹੋਏ, ਬਾਹਰੋਂ ਬੜਾ ਸੁੰਦਰ ਧਾਰਮਿਕ ਲਿਬਾਸ ਧਾਰਨ ਕੀਤਾ ਹੋਇਆ ਹੈ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਸੱਜਣ ਸਾਡਾ ਸੇਵਕ ਹੈ ਇੱਥੇ। ਪਹਿਲਾਂ ਤਾਂ ਇਹ ਝੂਠ ਬੋਲਿਆ। ਅੰਦਰੋਂ ਭਾਈ ਸਜਾਦੇ ਨੇ ਗੁਰਦੇਵ ਦੀ ਆਵਾਜ਼ ਸੁਣੀ ਤੇ ਬੇਨਤੀ ਕੀਤੀ, ਮਹਾਰਾਜ ਮੈਨੂੰ ਅੰਦਰ ਬੰਨ੍ਹਿਆ ਹੋਇਆ। ਪਾਤਸ਼ਾਹ ਨੇ ਬਾਹਰ ਲਿਆ ਕੇ ਉਹਨੂੰ ਬੰਧਨ ਮੁਕਤ ਕੀਤਾ। ਗੁਰਦੇਵ ਦਾ ਪ੍ਰਤਾਪ ਇੰਨਾ ਸੀ ਕਿ ਗੁਰਦੇਵ ਦੇ ਪ੍ਰਤਾਪ ਨੂੰ ਵੇਖ ਕੇ ਸੱਜਣ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਕੇ ਨਮਸਕਾਰ ਕਰਕੇ ਮਾਫੀ ਮੰਗਦਾ ਹੈ। ਤਾਂ ਉਸ ਵਕਤ ਉਹਦੀ ਦਸ਼ਾ ਵੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਆਪਣੇ ਮੁਖਾਰਬਿੰਦ 'ਚੋਂ ਉਚਾਰਨ ਕੀਤਾ, ਜੋ ਅੱਜ ਸਤਿਗੁਰਾਂ ਨੇ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ਼੍ਰੀ, ਸਤਿਨਾਮ ਸ਼੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਛੇਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਘਰ ਛੇਵੇਂ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਸਾਹਿਬ ਜੀ ਨੇ ਕੀਤਾ, ਅਕਾਲ ਪੁਰਖ ਇੱਕ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ। ਸਜਾਤੀ ਬਜਾਤੀ ਸਭਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ।
ਸੰਸਕ੍ਰਿਤ ਦੇ ਆਬ ਧਾਤੂ ਤੋਂ ਓੰਕਾਰ ਬਣਿਆ, ਜਿਸ ਦੀ ਵਿਆਖਿਆ ਇਦਾਂ ਕਰਦੇ ਆ, ਰੱਖਿਆ ਕਰਨ ਵਾਲਾ। ਜੋ ਚਾਰਣੇ ਮਾਤਰ ਸੇ ਰੱਖਿਆ ਕਰੇ ਉਹਨੂੰ ਕਹਿੰਦੇ ਆ ਓੰਕਾਰ, ਜੋ ਸਾਰੇ ਸੰਸਾਰ ਦੇ ਜੀਵਾਂ ਦਾ ਰਖਵਾਲਾ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ, ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ, ਉਤਪਤੀ ਕਰਦਾ ਹੈ, ਪਾਲਣਾ ਕਰਦਾ ਤੇ ਸੰਘਾਰਦਾ ਹੈ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਖਾਲਸਾ ਜੀ ਆਸਥਾਵਾਨ ਹਮੇਸ਼ਾ ਜਦੋਂ ਵੀ ਕੋਈ ਸ਼ਬਦ ਉਚਾਰਦਾ ਹੈ, ਕੋਈ ਪੁਸਤਕ ਲਿਖਦਾ, ਕੋਈ ਕਾਵਿ ਦਾ ਛੰਦ ਲਿਖਦਾ ਹੈ, ਤਾਂ ਆਸਤਕ ਵਿਅਕਤੀ ਹਮੇਸ਼ਾ ਆਪਣੇ ਇਸ਼ਟ ਦੇਵ ਦਾ ਮੰਗਲਾਚਰਨ ਕਰਦਾ ਹੈ। ਇਹ ਮਰਿਆਦਾ ਰਹੀ ਹੈ ਭਾਰਤੀ ਸਾਹਿਤ ਦੀ ਵੀ ਔਰ ਗੁਰਮਤਿ ਸਾਹਿਤ ਦੀ ਵੀ। ਜਿਹੜੇ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦੇ, ਨਾਸਤਕ ਨੇ, ਉਹਨਾਂ ਦੀਆਂ ਲਿਖੀਆਂ ਪੁਸਤਕਾਂ ਵੀ ਮਿਲਦੀਆਂ ਨੇ ਜਿਨ੍ਹਾਂ ਨੂੰ ਚਾਰ ਵਾਕ ਦਾ ਸਿਧਾਂਤ ਕਹਿੰਦੇ। ਅੱਜ ਕੱਲ੍ਹ ਮਾਰਕਸਵਾਦ ਕਹਿ ਦਿੰਦੇ ਹੈ। ਉਹ ਚਾਰ ਵਾਕੀਆਂ ਦੇ ਜਿਤਨੇ ਗ੍ਰੰਥ ਲਿਖੇ ਜਾਂਦੇ ਨੇ, ਉਹਨਾਂ ਦੇ ਪ੍ਰਾਰੰਭ ਵਿੱਚ ਕਿਤੇ ਵੀ ਮੰਗਲਾਚਰਨ ਨਹੀਂ ਆਉਂਦਾ, ਕਿਉਂਕਿ ਉਹ ਇਸ਼ਟ ਮੰਨਦੇ ਹੀ ਨਹੀਂ ਕਿਸੇ ਨੂੰ, ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਨਹੀਂ। ਆਸਥਾਵਾਨ ਅਕਾਲ ਪੁਰਖ ਪਰਮੇਸ਼ਰ ਨੂੰ ਆਪਣਾ ਇਸ਼ਟ ਮੰਨਦੇ ਹੈ। ਆਮ ਕਰਕੇ ਜਦੋਂ ਕੋਈ ਕਵਿਤਾ ਲਿਖੀ ਜਾਂਦੀ ਹੈ ਭਾਰਤੀ ਸਾਹਿਤ ਵਿੱਚ, ਤਾਂ ਉਹ ਪ੍ਰਾਰੰਭ ਦੇ ਵਿੱਚ ਕੋਈ ਗਣੇਸ਼ ਦਾ ਮੰਗਲਾਚਰਨ ਕਰਦਾ ਹੈ, ਕੋਈ ਸਰਸਵਤੀ ਦਾ ਮੰਗਲਾਚਰਨ ਕਰਦਾ ਹੈ, ਕੋਈ ਆਪਣੇ ਇਸ਼ਟ ਦੇਵ ਦਾ ਮੰਗਲਾਚਰਨ ਕਰਦਾ ਹੈ। ਸਤਿਗੁਰੂ ਜੀ ਜਦੋਂ ਆਪਣੇ ਪਾਵਨ ਸ਼ਬਦ ਉਚਾਰਨ ਕਰਦੇ ਨੇ ਤੇ ਅਕਾਲ ਪੁਰਖ ਪਰਮੇਸ਼ਰ ਦਾ ਮੰਗਲਾਚਰਨ ਕਰਦੇ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਅਰਾਧਿਆ ਹੈ, ਗੁਰੂ ਨਾਨਕ ਸਾਹਿਬ ਦੇ ਇਸ਼ਟ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਹਨ। ਅੱਜ ਦੇ ਜਿਹੜੇ ਨਵੀਨ ਲਿਖਾਰੀ ਨੇ, ਚਾਹੇ ਉਹ ਗੁਰਮਤਿ ਸਾਹਿਤ ਲਿਖਦੇ ਨੇ, ਗੁਰਮਤਿ ਦੇ ਸੰਬੰਧ ਵਿੱਚ ਪੁਸਤਕਾਂ ਲਿਖਦੇ ਨੇ, ਪਰ ਉਹਨਾਂ ਦੇ ਪ੍ਰਾਰੰਭ ਵਿੱਚ ਕਦੇ ਵੀ ਕਿਤੇ ਉਹਨਾਂ ਨੇ ਮੰਗਲ ਨਹੀਂ ਲਿਖਿਆ ਹੁੰਦਾ। ਜੇ ਅਸੀਂ ਆਪਣਾ ਪੁਰਾਣਾ ਸਾਹਿਤ ਵੇਖਦੇ ਹਾਂ, ਇਤਿਹਾਸ ਵੇਖਦੇ ਹਾਂ, ਚਾਹੇ ਉਹ ਗੁਰਬਿਲਾਸ ਹਨ, ਚਾਹੇ ਉਹ ਸ਼੍ਰੀ ਗੁਰੂ ਸੋਭਾ ਹੈ, ਚਾਹੇ ਉਹ ਸੂਰਜ ਪ੍ਰਕਾਸ਼ ਹੈ, ਚਾਹੇ ਉਹ ਗੁਰੂ ਨਾਨਕ ਪ੍ਰਕਾਸ਼ ਹੈ, ਚਾਹੇ ਉਹ ਤਵਾਰੀਖ ਗੁਰੂ ਖਾਲਸਾ ਹੈ, ਚਾਹੇ ਉਹ ਪੰਥ ਪ੍ਰਕਾਸ਼ ਹੈ, ਚਾਹੇ ਉਹ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਜਿਤਨੀਆਂ ਵੀ, ਚਾਹੇ ਉਹ ਜਨਮ ਸਾਖੀਆਂ ਹਨ, ਸਾਡਾ ਜਿਤਨਾ ਵੀ ਸਾਹਿਤ ਪੁਰਾਣਾ ਇਤਿਹਾਸ ਦਾ ਲਿਖਿਆ ਮਿਲਦਾ ਹੈ, ਉਹਦੇ ਪ੍ਰਾਰੰਭ ਦੇ ਵਿੱਚ ਮੰਗਲਾਚਰਨ ਉਹਨਾਂ ਮਹਾਂਪੁਰਸ਼ਾਂ ਵੱਲੋਂ ਕੀਤਾ ਗਿਆ, ਕਿਉਂਕਿ ਪਰਮੇਸ਼ਰ ਦੀ ਹੋਂਦ ਨੂੰ ਉਹ ਮੰਨਦੇ ਨੇ। ਜਦੋਂ ਕੋਈ ਪੁਸਤਕ ਵੇਖਿਆ ਕਰਦੇ ਸਨ, ਪਹਿਲਾਂ ਉਹਦੇ ਵਿੱਚ ਪ੍ਰਾਰੰਭ 'ਚ ਵੇਖ ਲੈਂਦੇ ਸੀ ਵੀ ਇਹ ਇਸ਼ਟ ਦੇਵ ਪਰਮੇਸ਼ਰ ਨੂੰ ਮੰਨਦਾ, ਫਿਰ ਧਾਰਮਿਕ ਪੁਰਸ਼ ਉਸ ਗ੍ਰੰਥ ਵਿੱਚ ਆਪਣੀ ਪ੍ਰਵਿਰਤੀ ਕਰਿਆ ਕਰਦੇ ਸਨ। ਪਰ ਅੱਜ ਦੇ ਨਵੀਨ ਲਿਖਾਰੀ ਪੱਛਮੀ ਸੱਭਿਅਤਾ ਦੇ ਆਧਾਰ 'ਤੇ ਪੁਸਤਕਾਂ ਲਿਖਦੇ ਹਨ, ਭਾਵੇਂ ਕਿ ਮੰਨਦੇ ਨੇ ਗੁਰੂ ਨਾਨਕ ਗੁਰ ਪਰਮੇਸ਼ਰ ਅਕਾਲ ਪੁਰਖ ਨੂੰ, ਪਰ ਆਪਣੀਆਂ ਪੁਸਤਕਾਂ ਦੇ ਪ੍ਰਾਰੰਭ ਵਿੱਚ ਕਿਤੇ ਵੀ ਇੱਕ ਓੰਕਾਰ ਜਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਗਲ, ਆਪਣੇ ਇਸ਼ਟ ਦੇਵ ਦਾ ਮੰਗਲ ਨਹੀਂ ਕਰਦੇ। ਐਸੀ ਪਰੰਪਰਾ ਅੱਜ ਦੇ ਸਮੇਂ 'ਚ ਚੱਲ ਪਈ ਹੈ ਜੋ ਯੋਗ ਨਹੀਂ ਹੈ। ਸਿੱਖ ਧਰਮ ਨਾਲ ਸੰਬੰਧਿਤ ਜਿਤਨੀਆਂ ਵੀ ਪੁਸਤਕਾਂ ਲਿਖੀਆਂ ਜਾਣ, ਉਹਨਾਂ ਦੇ ਪ੍ਰਾਰੰਭ ਦੇ ਵਿੱਚ ਆਪਣੇ ਇਸ਼ਟ ਦਾ ਮੰਗਲ ਕਰਨਾ ਉਹਨਾਂ ਲਿਖਾਰੀਆਂ ਵੱਲੋਂ ਅਵਸ਼ਕ ਹੋਣਾ ਚਾਹੀਦਾ ਹੈ, ਤਾਂ ਜੋ ਇਹ ਸੰਸਾਰ ਵਿੱਚ ਪ੍ਰਗਟ ਹੋਵੇ ਕਿ ਆਪਣੇ ਇਸ਼ਟ ਦੇਵ ਨੂੰ ਮੰਨਣ ਵਾਲੇ ਆਸਤਕ ਨੇ, ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ। ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ, ਜਿਹਦੇ 'ਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਿਸ਼ਾ ਵਸਤੂ ਸਰੂਪ ਦਾ ਵਰਣਨ ਹੋਇਆ ਹੈ ਕਿ ਇੱਕ ਅਦੁੱਤੀ ਹੈ, ਓੰਕਾਰ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਤਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਔਰ ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਉਜਲ ਕਹਿ ਚਿਲਕਨਾ ਕੋਟੇ ਮਕਾਲੜੀ ਮਸ। ਮਹਾਰਾਜ ਜੀ ਪ੍ਰਮਾਣ ਦਿੰਦੇ, ਉਦਾਹਰਣ ਦਿੰਦੇ ਹਨ। ਮਹਾਰਾਜ ਜੀ ਕਹਿੰਦੇ, ਸੱਜਣ, ਕਹਿ ਦਾ ਜਿਹੜਾ ਭਾਂਡਾ ਹੁੰਦਾ ਨਾ ਕਾਂਸੀ ਦਾ, ਉਹ ਵੇਖਣ ਨੂੰ ਬੜਾ ਸਾਫ਼, ਉਜਲਾ ਤੇ ਚਿਲਕਣਾ ਚਮਕਦਾਰ ਹੁੰਦਾ, ਪਰ ਜਦੋਂ ਉਹਨੂੰ ਘੋਟਮ ਮਲਿਆ ਜਾਂਦਾ ਹੈ, ਰਗੜਿਆ ਜਾਂਦਾ ਹੈ, ਤਾਂ ਉਹਦੇ ਵਿੱਚੋਂ ਕਾਲੇ ਰੰਗ ਦੀ ਸ਼ਾਹੀ ਨਿਕਲਦੀ ਹੈ, ਜਿਹੜੇ ਕਹਿ ਦੇ ਭਾਂਡੇ ਹੁੰਦੇ। ਉਹਨੂੰ ਤੁਸੀਂ ਜਿੰਨਾ ਮਾਂਜੋਗੇ, ਉਹਦੇ ਵਿੱਚ ਉਤਨੀ ਕਾਲਖ ਜਿਹੜੀ ਆ ਉਹ ਨਿਕਲਦੀ ਚਲੀ ਜਾਏਗੀ।
ਇਹ ਕਹਿ ਦੇ ਭਾਂਡੇ ਦੀ ਇਉਂ ਕਹਿ ਸਕਦੇ ਆ ਵੀ ਇੱਕ ਉਹਦਾ ਔਗਣ ਹੈ ਕਿ ਬਾਹਰੋਂ ਚਮਕਦਾਰ ਹੈ, ਚਿਲਕਣਾ ਹੈ, ਬੜਾ ਸੋਹਣਾ ਲੱਗਦਾ, ਪਰ ਅੰਦਰੋਂ ਉਦੋਂ ਜਦੋਂ ਮਲਿਆਂ ਵੇਖੀਏ ਤੇ ਕੇਵਲ ਕਾਲਖ ਨਿਕਲਦੀ ਹੈ। ਹਾਂਜੀ, ਧੋਤਿਆਂ ਝੂਠ ਨ ਉਤਰੈ, ਜੇ ਸੋ ਧੋਵਾ ਤਿਸ। ਕਹਿੰਦੇ ਜੇ ਉਹਨੂੰ ਧੋਈਏ ਤੇ ਧੋਤਿਆਂ ਉਹਦੀ ਝੂਠ ਨਹੀਂ ਉਤਰਦੀ, ਭਾਵੇਂ 100 ਵੇਰੀ ਵੀ ਧੋਈ ਜਾਈਏ ਨਾ, ਫਿਰ ਉਹਦੇ ਵਿੱਚੋਂ ਕਾਲਖ ਨਿਕਲੀ ਜਾਣੀ ਹੈ, ਕਾਲਖ ਦੀ ਝੂਠ ਉਹਦੇ ਚੋਂ ਨਿਕਲੀ ਜਾਣੀ। ਜਿਵੇਂ ਮਿੱਟੀ ਦਾ ਭਾਂਡਾ, ਉਹਦੇ 'ਚ ਇੱਕ ਵਾਰੀ ਖਾ ਲਿਆ ਜਾਵੇ ਤੇ ਮੁੜ ਕੇ ਉਹਨੂੰ ਝੂਠਾ ਹੀ ਸਮਝਿਆ ਜਾਂਦਾ, ਉਹ ਸ਼ੁੱਧ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਕਹਿ ਦਾ ਭਾਂਡਾ ਹੈ, ਉਹਨੂੰ ਵੀ ਧਰਮ ਸ਼ਾਸਤਰਾਂ ਦੇ ਵਿੱਚ ਸ਼ੁੱਧ ਨਹੀਂ ਮੰਨਿਆ ਜਾਂਦਾ। ਜਿੰਨੀ ਵਾਰ ਮਰਜ਼ੀ ਧੋ ਲਓ, ਉਹਨੂੰ ਝੂਠਾ ਹੀ ਮੰਨਿਆ ਜਾਂਦਾ, ਕਿਉਂਕਿ ਉਹਦੇ 'ਚੋਂ ਕਾਲਖ ਦੀ ਝੂਠ ਨਿਕਲੀ ਜਾਣੀ ਹੈ। ਪਾਤਸ਼ਾਹ ਕਹਿੰਦੇ ਤੈਂ ਆਪਣੇ ਸਰੀਰ ਤੇ ਧਾਰਮਿਕ ਲਿਬਾਸ ਧਾਰਨ ਕੀਤਾ, 12 ਤਿਲਕ ਲਾਏ ਹੋਏ ਨੇ, ਜਨੇਊ ਪਾਇਆ ਹੋਇਆ, ਇਹ ਬਾਹਰਲਾ ਚਿਲਕਣਾ ਭਾਂਡਾ ਤੇਰਾ ਬਣਿਆ ਹੋਇਆ, ਪਰ ਅੰਦਰ ਤੂੰ ਠੱਗੀਆਂ ਤੇ ਵਿਕਾਰਾਂ ਦੀ ਬਿਰਤੀ ਦੀ ਕਾਲਖ ਨਾਲ ਭਰਿਆ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਅੰਦਰ ਤੱਕ ਵੇਖਦੀ ਹੈ। ਗੁਰੂ ਖਾਲਸਾ ਜੀ, ਅਸੀਂ ਕੇਵਲ ਬਾਹਰੀ ਸਵਰੂਪ ਨੂੰ ਵੇਖਦੇ ਹਾਂ, ਬਾਹਰੀ ਪਹਿਰਾਵੇ ਨੂੰ ਵੇਖਦੇ ਹਾਂ, ਔਰ ਬਾਹਰੀ ਪਹਿਰਾਵੇ ਨੂੰ ਵੇਖ ਕੇ ਅਕਸਰ ਕਈ ਵਾਰੀ ਧੋਖਾ ਖਾ ਜਾਂਦੇ ਹਾਂ ਵੀ ਇਹ ਜਿਹੜਾ ਬਾਹਰੀ ਲਿਬਾਸ ਇਸ ਵਿਅਕਤੀ ਨੇ ਧਾਰਨ ਕੀਤਾ ਇਹ ਬੜਾ ਧਰਮੀ ਹੋਵੇਗਾ। ਜ਼ਰੂਰੀ ਨਹੀਂ ਹੈ ਕਿ ਜਿਹਨੇ ਬਾਹਰੋਂ ਕੋਈ ਧਾਰਮਿਕ ਲਿਬਾਸ ਧਾਰਨ ਕੀਤਾ ਤੇ ਅੰਦਰੋਂ ਵੀ ਉਹ ਧਰਮੀ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭੇਖ ਦਾ ਖੰਡਨ ਕੀਤਾ ਹੈ। ਜਿਹੜਾ ਕੇਵਲ ਲੋਕ ਵਿਖਾਵੇ ਵਾਸਤੇ ਧਾਰਨ ਕੀਤਾ ਜਾਵੇ, ਉਸ ਭੇਖ ਦਾ ਖੰਡਨ ਗੁਰੂਦੇਵ ਨੇ ਬਾਰ-ਬਾਰ ਕੀਤਾ, ਕਿਉਂਕਿ ਉਹ ਪਖੰਡ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਦੋ ਚੀਜ਼ਾਂ ਦਾ ਵਿਰੋਧ ਬਹੁਤ ਪੁਰਜੋਰ ਸ਼ਬਦਾਂ ਵਿੱਚ ਹੈ, ਇੱਕ ਪਖੰਡ ਤੇ ਦੂਜਾ ਜ਼ੁਲਮ। ਜਿੱਥੇ ਪਖੰਡ ਹੁੰਦਾ, ਸਤਿਗੁਰੂ ਜੀ ਉਸ ਪਖੰਡ ਦਾ ਵੀ ਪੁਰਜੋਰ ਸ਼ਬਦਾਂ 'ਚ ਖੰਡਨ ਕਰਦੇ ਨੇ। ਜਿੱਥੇ ਜ਼ੁਲਮ ਹੁੰਦਾ ਤੇ ਮੂੰਹ ਤੇ ਜਾ ਕੇ ਬਾਬਰ ਨੂੰ ਜਾਬਰ ਕਹਿੰਦੇ ਨੇ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿਧਾਂਤ ਹਨ। ਜਿੱਥੇ ਜਿੱਥੇ ਵੀ ਪਖੰਡ ਸੀ, ਜਿੱਥੇ ਜਿੱਥੇ ਵੀ ਵਿਖਾਵਾ ਸੀ, ਸਤਿਗੁਰੂ ਜੀ ਨੇ ਉੱਥੇ ਜਾ ਕੇ ਵਿਖਾਵੇ ਦਾ ਖੰਡਨ ਕੀਤਾ ਹੈ। ਸਾਹਿਬੇ ਕਮਾਲ ਪੰਥ ਦੇ ਬਾਲੀ, ਚਟਿਆਂ ਬਾਜਾਂ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹੀਏ। ਗਰੀਬ ਨਵਾਜ ਪਾਤਸ਼ਾਹ ਜੀ ਪਖੰਡ ਦਾ ਖੰਡਨ ਕਰਦਿਆਂ ਕਹਿੰਦੇ, ਆਂਖਨ ਭੀਤਰ ਤੇਲ ਕੋ ਡਾਰਕੈ, ਲੋਗਨ ਨੀਰ ਬਹਾਏ ਦਿਖਾਵੈ। ਅੱਖਾਂ ਵਿੱਚ ਤੇਲ ਪਾ ਕੇ ਤੇ ਲੋਕਾਂ ਨੂੰ ਵਿਖਾਉਣਾ, ਜੀ ਵੇਖੋ ਬਾਬਾ ਜੀ ਦੇ ਨੇਤਰਾਂ 'ਚੋਂ ਹਮੇਸ਼ਾ ਜਲ ਵਗਦਾ ਰਹਿੰਦਾ, ਬੜੇ ਵਿਰਾਗੀ ਨੇ। ਮਹਾਰਾਜ ਜੀ ਕਹਿੰਦੇ ਇਸ ਪਖੰਡ ਦੇ ਕੀਤਿਆਂ ਲੋਕਾਂ ਨੂੰ ਗੁੰਮਰਾਹ ਕਰ ਸਕਦਾ, ਪਰ ਪਰਮੇਸ਼ਰ ਦੀ ਖੁਸ਼ੀ ਨਹੀਂ ਲੈ ਸਕਦਾ। ਡਿੰਬ ਕਰੇ ਬਿਨ ਪਈਅਤ ਨਾਹੀ, ਡਿੰਬਨ ਮੈਂ ਪਰਮੇਸ਼ਰ ਨਾਹੀ। ਕਲਗੀਧਰ ਪਾਤਸ਼ਾਹ ਕਹਿੰਦੇ ਆਮ ਕਰਕੇ ਸਮਾਜ ਵਿੱਚ ਲੋਕ ਕਹਿੰਦੇ ਆ ਪਖੰਡ ਕੀਤੇ ਬਿਨਾ ਜੀ ਲੋਕ ਕੁਝ ਦਿੰਦੇ ਨਹੀਂ ਹਨ। ਜਦੋਂ ਪਖੰਡ ਵੇਖਦੇ ਆ ਲੋਕ ਪੂਜਾ ਕਰਦੇ ਹਨ, ਪਖੰਡ ਵੇਖਦੇ ਨੇ ਲੋਕ ਆ ਕੇ ਨਮਸਕਾਰਾਂ ਕਰਦੇ ਹਨ। ਪਖੰਡ ਨੂੰ ਵੇਖ ਕੇ ਬੜੀ ਦੁਨੀਆ ਹੁਮ-ਹੁਮਾ ਕੇ ਪਹੁੰਚ ਜਾਂਦੀ ਹੈ। ਪਰ ਕਲਗੀਧਰ ਸੁਆਮੀ ਕਹਿੰਦੇ ਭਾਈ ਜਿੱਥੇ ਡਿੰਬ ਹੈ, ਪਖੰਡ ਹੈ, ਉਹਨਾਂ ਪਖੰਡੀਆਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਨਹੀਂ ਹੈ। ਡਿੰਬਨ ਮੈਂ ਪਰਮੇਸ਼ਰ ਨਾਹੀ, ਪਖੰਡੀਆਂ ਵਿੱਚ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨਹੀਂ ਹੈ। ਤੋ ਪੁਰਜੋਰ ਸ਼ਬਦਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਖੰਡ ਦਾ ਖੰਡਨ ਕਰਦੇ ਨੇ। ਮਹਾਰਾਜ ਜੀ ਕਹਿੰਦੇ ਆ, ਬਾਹਰੋਂ ਤੂੰ ਬੜਾ ਸੋਹਣਾ ਲਿਬਾਸ ਧਾਰਨ ਕੀਤਾ ਹੋਇਆ ਸੱਜਣ, ਕਹਿੰਦੇ ਭਾਂਡੇ ਵਾਂਗੂ ਉੱਜਲ ਤੇ ਚਿਲਕਣਾ ਨਜ਼ਰ ਆਉਣਾ, ਪਰ ਅੰਦਰ ਵਿਕਾਰਾਂ ਦੀ ਝੂਠ ਨਾਲ ਭਰਿਆ ਹੋਇਆ, ਅੰਦਰ ਵਿਕਾਰਾਂ ਦੀ ਕਾਲਖ ਨਾਲ ਤੇਰਾ ਹਿਰਦਾ ਮਲੀਨ ਹੋ ਰਿਹਾ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ। ਮਹਾਰਾਜ ਜੀ ਫਰਮਾਉਂਦੇ ਆ, ਸੱਜਣ ਉਹੀ ਨੇ ਜਿਹੜੇ ਹਰ ਵੇਲੇ ਨਾਲ ਨਿਭਣ, ਤੇ ਜਦੋਂ ਇਹ ਸੰਸਾਰ ਤੋਂ ਜਾਈਏ ਤੇ ਚੱਲਦਿਆਂ ਉਹ ਨਾਲ ਚੱਲਣ, ਉਹਨਾਂ ਨੂੰ ਸੱਜਣ ਕਹਿੰਦੇ ਹਨ। ਦੁਨੀਆ ਦੇ ਉਹ ਸੱਜਣ ਸੱਜਣ ਨਹੀਂ ਜਿਹੜੇ ਸ਼ਮਸ਼ਾਨ ਭੂਮੀ ਤੱਕ ਜਾਣ ਤੇ ਚਿਖਾ ਬਲੇ ਤੇ ਤੀਲਾ ਤੋੜ ਕੇ ਆਖਣ, ਸੱਜਣਾ ਚੰਗਾ ਤੇਰੇ ਨਾਲ ਇੱਥੇ ਤੱਕ ਸੀ, ਹੁਣ ਤੋੜਦੇ ਹਾਂ। ਉਹ ਸੱਜਣ ਜਿਹੜੇ ਉੱਥੇ ਤੱਕ ਛੱਡ ਕੇ ਚਲੇ ਜਾਣ, ਉਹ ਸੱਜਣ ਕਿਵੇਂ ਹੋ ਸਕਦੇ ਆ ਸੱਜਣ? ਮਹਾਰਾਜ ਜੀ ਕਹਿੰਦੇ ਆ, ਸੱਜਣ ਉਹ ਨੇ ਕਿ ਜਦੋਂ ਇਹ ਸੰਸਾਰ ਤੋਂ ਜਾਈਏ ਤੇ ਨਾਲ ਚੱਲਣ।
ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਜਿੱਥੇ ਲੇਖਾ ਮੰਗਿਆ ਜਾਣਾ, ਜਿੱਥੇ ਹਿਸਾਬ ਕਿਤਾਬ ਹੋਣਾ, ਤੇ ਕਹਿੰਦੇ ਉਹ ਸੱਜਣ ਉੱਥੇ ਨਾਲ ਖੜੇ ਦਿਸਣ। ਪੁੰਨ ਕਰਮਾਂ ਰੂਪੀ ਸੱਜਣ, ਭਲੇ ਕਰਮਾਂ ਰੂਪੀ ਸੱਜਣ, ਉਹ ਉੱਥੇ ਨਾਲ ਖੜੇ ਦਿਸਦੇ ਐ ਤੇ ਗਵਾਹੀ ਭਰਦੇ ਨੇ, ਇਸ ਨੂੰ ਨਰਕਾਂ ਦੀ ਅੱਗ ਦੇ ਵਿੱਚ ਸੜਨ ਤੋਂ ਬਚਾ ਲੈਂਦੇ ਹਨ। ਫਿਰ ਉਹ ਸੱਜਣ ਹੋਏ ਨਾ, ਪੁੰਨ ਕਰਮ ਭਲੇ ਕਰਮ ਉਹ ਨਾਲ ਨਿਭਣੇ ਆ। ਉਹ ਜਦੋਂ ਨਰਕਾਂ ਵਿੱਚ ਜੀਵ ਨੂੰ ਸੁੱਟਣਾ ਹੁੰਦਾ ਤੇ ਕੋਲ ਖਲੋ ਜਾਂਦੇ ਆ, ਉਹ ਜਾ ਕੇ ਗਵਾਹੀ ਭਰਦੇ ਆ ਵੀ ਅਸੀਂ ਇਹਨਾਂ ਦੇ ਨਾਲ ਹਾਂ, ਇਹਨਾਂ ਨੂੰ ਨਰਕਾਂ ਦੀ ਅੱਗ 'ਚ ਨਾ ਝੋਕਿਆ ਜਾਏ। ਉਹ ਸੱਜਣ ਨੇ ਜਿਹੜੇ ਨਾਲ ਖੜੇ ਨੇ, ਲੋਕ ਪਰਲੋਕ ਵਿੱਚ ਨਾਲ ਨਿਭਦੇ ਹਨ। ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਹੋ ਚਿਤ ਵਿਆਹ। ਮਹਾਰਾਜ ਜੀ ਕਹਿੰਦੇ ਆ ਕੱਚੇ ਕੋਠੇ ਨੇ, ਪੱਕੇ ਮਕਾਨ ਮੰਡਪ ਬਣੇ ਹੋਏ ਨੇ, 2 ਮੰਜ਼ਲੇ, ਮਾੜੀਆਂ ਬਣੀਆਂ ਹੋਈਆਂ ਨੇ। ਇਹ ਆਲੇ ਦੁਆਲਿਓਂ ਚਿਤ ਵਿਆਹ ਦਾ ਮਤਲਬ ਹੁੰਦਾ ਵੀ ਚਿੱਤਰਕਾਰੀਆਂ ਕੀਤੀਆਂ ਹੋਈਆਂ, ਬੜੇ ਬੜੇ ਸੋਹਣੀਆਂ ਉੱਤੇ ਚਿੱਤਰਕਾਰੀਆਂ ਬਣਾਈਆਂ ਗਈਆਂ ਨੇ। ਪੁਰਾਣੀਆਂ ਇਮਾਰਤਾਂ ਜਦੋਂ ਬਣਦੀਆਂ ਸਨ, ਉਹਨਾਂ ਇਮਾਰਤਾਂ ਦੇ ਵਿੱਚ ਸੁੰਦਰ ਚਿੱਤਰਕਾਰੀਆਂ ਕੀਤੀਆਂ ਜਾਂਦੀਆਂ ਸਨ, ਉਹਨਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਸਜਾਇਆ ਜਾਂਦਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਬਹੁਤ ਸਾਰੇ ਸਥਾਨਾਂ ਦੀਆਂ ਸੇਵਾਵਾਂ ਹੋਈਆਂ ਹਨ, ਇਤਿਹਾਸਕ ਸਥਾਨਾਂ ਦੀਆਂ। ਉਹਨਾਂ ਸਥਾਨਾਂ ਦੇ ਅੰਦਰ ਤੁਸੀਂ ਉਹ ਪੁਰਾਣੀਆਂ ਚਿੱਤਰਕਾਰੀਆਂ ਵੇਖ ਸਕਦੇ ਹੋ। ਬਾਬਾ ਅਟੱਲ ਸਾਹਿਬ ਜੀ ਦੇ ਸਥਾਨ 'ਤੇ ਬਹੁਤ ਸਾਰੀਆਂ ਸੁੰਦਰ ਚਿੱਤਰਕਾਰੀਆਂ ਸਨ। ਦਰਬਾਰ ਸਾਹਿਬ ਤੁਸੀਂ ਦਰਸ਼ਨ ਪਰਸਦੇ ਹੋ, ਬਹੁਤ ਸਾਰੀਆਂ ਸੁੰਦਰ ਚਿੱਤਰਕਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਮਿਲਦੀਆਂ ਹਨ। ਪੁਰਾਤਨ ਜਿਤਨੀਆਂ ਵੀ ਇਮਾਰਤਾਂ ਮਿਲਦੀਆਂ, ਉਹਨਾਂ ਵਿੱਚ ਸੋਹਣੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਉਹਨਾਂ ਦੀ ਹਵੇਲੀ ਹੈ ਕੈਂਥਲ ਵਿਖੇ, ਜੋ ਪਿੱਛੇ ਜੀ ਗੁਰੂ ਸਾਹਿਬ ਜੀ ਦੀ ਦਇਆ ਕਿਰਪਾ ਨਾਲ ਪੰਥ ਦੇ ਕੋਲ ਆ ਗਈ ਹੈ। ਪਹਿਲਾਂ ਕਿਸੇ ਬਾਣੀਏ ਪਰਿਵਾਰ ਕੋਲ ਸੀ, ਉਹਦੇ ਵਿੱਚ ਹਾਲਾਂਕਿ ਉਹ ਢੱਠ ਗਈ ਹੈ, ਕੁਝ ਕੁ ਇਮਾਰਤ ਦਾ ਹਿੱਸਾ ਬਾਕੀ ਆ। ਉਹਦੇ ਵਿੱਚ ਬਹੁਤ ਸਾਰੀਆਂ ਸੁੰਦਰ ਚਿੱਤਰਕਾਰੀਆਂ ਜਿਹੜੀਆਂ ਨੇ ਪੁਰਾਣੇ ਸਮੇਂ ਦੀਆਂ, ਉਹ ਹੁਣ ਵੀ ਵੇਖਣ ਵਿੱਚ ਆਉਂਦੀਆਂ ਨਜ਼ਰ ਆਉਂਦੀਆਂ ਹਨ। ਸੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਉਹਦਾ ਪ੍ਰਮਾਣ ਦੇ ਰਹੇ ਨੇ, ਉਦਾਹਰਨਾਂ ਦੇ ਰਹੇ ਨੇ। ਕਹਿੰਦੇ ਭਾਈ ਉਹ ਸੋਹਣੇ ਮੰਡਪ, ਮਹਿਲ, ਮਾੜੀਆਂ, ਜਿਨ੍ਹਾਂ ਨੂੰ ਆਲੇ ਦੁਆਲਿਓਂ ਕਈ ਪ੍ਰਕਾਰ ਨਾਲ ਸੋਹਣੀਆਂ ਚਿੱਤਰਕਾਰੀਆਂ ਦੇ ਨਾਲ ਚਿਤਰਿਆ ਹੋਇਆ ਹੈ। ਇਕੱਠੀਆਂ ਕੰਮ ਨ ਆਵਨੀ ਵਿੱਚੋਂ ਸਖਣੀਆਂ। ਹੁਣ ਉਹ ਮਹਿਲ ਬਣੇ ਹੋਣ, ਸੋਹਣੇ ਮਕਾਨ ਬਣੇ ਹੋਣ, ਜੇ ਵਿੱਚੋਂ ਖਾਲੀ ਨੇ, ਯਾਨੀ ਕਿ ਉਹਨਾਂ ਦੇ ਵਿੱਚ ਜੇ ਕਿਸੇ ਅਭਿਆਗਤ ਦੀ ਸੇਵਾ ਨਹੀਂ ਹੁੰਦੀ, ਕਿਸੇ ਆਏ ਗਏ ਮਹਾਂਪੁਰਸ਼ ਦੀ ਸੇਵਾ ਟਹਿਲ ਨਹੀਂ ਹੁੰਦੀ, ਕਿਸੇ ਭੁੱਖੇ ਨੂੰ ਭੋਜਨ ਨਹੀਂ ਛਕਾਇਆ ਜਾਂਦਾ, ਜੇ ਉਹ ਬਣੇ ਹੋਏ ਮਹਿਲ ਕਿਸੇ ਦੇ ਕੰਮ ਹੀ ਨਹੀਂ ਆਉਂਦੇ, ਤਾਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹ ਮਕਾਨ, ਉਹ ਮਹਿਲ ਟੱਠਿਆਂ ਦੇ ਬਰਾਬਰ ਨੇ। ਉਹ ਕਿਸੇ ਕੰਮ ਹੀ ਨਹੀਂ ਜੇ ਆਉਂਦੇ ਤੇ ਟੱਠਿਆਂ ਦੇ ਹੀ ਬਰਾਬਰ ਨੇ ਨਾ। ਜਿਹੜਾ ਮਕਾਨ ਬਣਿਆ ਹੋਵੇ, ਜੇ ਕਿਸੇ ਦੇ ਕੰਮ ਆਵੇ, ਕੋਈ ਉੱਥੇ ਰਹਿੰਦਾ ਹੈ, ਕੋਈ ਉੱਥੇ ਵਸਦਾ ਹੈ, ਫਿਰ ਤਾਂ ਠੀਕ ਹੈ। ਜੇ ਕੇਵਲ ਬਣਾ ਦਿੱਤਾ ਹੈ ਤੇ ਖਾਲੀ ਪਿਆ, ਵਿੱਚੋਂ ਸਖਣਾ, ਤੇ ਫਿਰ ਉਹ ਟੱਠੀਆਂ ਦੇ ਹੀ ਬਰਾਬਰ ਨੇ, ਜੇ ਉੱਥੇ ਕੋਈ ਰਹਿੰਦਾ ਹੀ ਨਹੀਂ, ਕਿਸੇ ਦਾ ਵਸੇਬਾ ਹੀ ਨਹੀਂ ਹੈ। ਇਸੇ ਤਰ੍ਹਾਂ ਇਹ ਉਦਾਹਰਣ ਦੇ ਕੇ ਮਹਾਰਾਜ ਜੀ ਕਹਿੰਦੇ ਆ, ਤੂੰ ਬੜਾ ਸੋਹਣਾ ਲਿਬਾਸ ਧਾਰਨ ਕੀਤਾ, ਬਾਹਰੋਂ ਬੜਾ ਸੋਹਣਾ ਭੇਖ ਧਾਰਨ ਕੀਤਾ ਹੋਇਆ, ਚਿੱਤਰਕਾਰੀਆਂ ਤੇਰੇ ਸਰੀਰ ਤੇ ਵੀ ਬੜੀਆਂ ਨੇ, ਤਿਲਕ ਤੈਂ ਵੀ ਬੜੇ ਲਾਏ ਹੋਏ ਨੇ, ਪਰ ਅੰਦਰੋਂ ਤੂੰ ਸ਼ੁਭ ਗੁਣਾ ਤੋਂ ਸਖਣਾ, ਖਾਲੀ ਹੈ। ਇਸ ਕਰਕੇ ਹੇ ਸੱਜਣ, ਤੇਰਾ ਇਹ ਸਰੀਰ ਮੁਰਦਿਆਂ ਦੇ ਮਨਿੰਦਾ, ਟੱਠਿਆਂ ਦੇ ਹੀ ਬਰਾਬਰ ਹੈ। ਤੂੰ ਆਪਣੇ ਆਪ ਨੂੰ ਜਿਉਂਦਾ ਨਾ ਜਾਣ। ਫਿਰ ਤੇਰੀ ਕਾਇਆ ਜੇ ਅੰਦਰ ਸ਼ੁਭ ਗੁਣਾ ਤੋਂ ਸਖਣੀ ਹੈ, ਅੰਦਰ ਸ਼ੁਭ ਗੁਣ ਹੈ ਹੀ ਨਹੀਂ, ਤੇ ਫਿਰ ਇਹ ਤੇਰੀ ਕਾਇਆ ਟੱਠਿਆਂ ਦੇ ਹੀ ਬਰਾਬਰ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਪਾਤਸ਼ਾਹ ਹੋਰ ਉਦਾਹਰਣ ਦਿੰਦੇ ਆ। ਫਿਰ ਕਹਿੰਦੇ ਬਗਲਾ ਹੁੰਦਾ ਹੈ, ਬਗਲੇ ਦੇ ਕੱਪੜੇ ਵੀ ਬੱਗੇ ਚਿੱਟੇ ਹੁੰਦੇ ਨੇ, ਯਾਨੀ ਕਿ ਬਾਹਰੋਂ ਚਿੱਟੇ ਰੰਗ ਦੇ ਉਹਦੇ ਖੰਭ ਨੇ, ਚਿੱਟੀ ਉਹਦੀ ਪੁਸ਼ਾਕ ਹੈ ਬਾਹਰੋਂ ਬਗਲੇ ਦੀ। ਤੀਰਥਾਂ ਤੇ ਜਾ ਕੇ ਉਹ ਵਸਦਾ, ਗੰਗਾ ਦੇ ਕਿਨਾਰੇ, ਇਲਾਹਾਬਾਦ, ਤਰਬੇਣੀ ਦੇ ਕਿਨਾਰੇ,
ਬਹੁਤ ਸਾਰੇ ਤੀਰਥਾਂ ਦੇ ਕੰਢਿਆਂ ਦੇ ਉੱਤੇ ਉਹ ਜਾ ਕੇ ਵਸਦਾ ਹੈ। ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ। ਇਹ ਸੱਜਣ ਉਹ ਬਗਲਾ ਜਿਹੜਾ ਉੱਥੇ ਤੀਰਥਾਂ ਤੇ ਵਸਦਾ, ਤੇ ਇਹਦਾ ਮਤਲਬ ਇਹ ਨਹੀਂ ਵੀ ਉੱਥੇ ਜਾ ਕੇ ਉਹ ਹੰਸ ਬਣ ਗਿਆ। ਉੱਥੇ ਵੀ ਜੀਵਾਂ ਦੇ ਗਲੇ ਘੁੱਟ ਘੁੱਟ ਕੇ ਜੇ ਉਹਨੇ ਜੀ ਖਾਣੇ ਐ, ਮੱਛੀਆਂ ਡੱਡੀਆਂ ਦੀਆਂ ਗਲੇ ਮਰੋੜ ਕੇ ਖਾਣੇ ਐ, ਤੇ ਫਿਰ ਉਹਨੂੰ ਬੱਗੇ ਨਾ ਕਹੀ ਅੰਨ ਦਾ ਮਤਲਬ ਹੈ ਉਹਨੂੰ ਹੰਸ ਨਹੀਂ ਕਿਹਾ ਜਾ ਸਕਦਾ। ਕੇਵਲ ਬਾਹਰਲੀ ਚਿੱਟੀ ਲਿਬਾਸ ਵੇਖ ਕੇ ਉਹਨੂੰ ਹੰਸ ਨਹੀਂ ਕਿਹਾ ਜਾ ਸਕਦਾ, ਉਹ ਹੰਸ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੇ ਸੱਜਣ, ਤੂੰ ਵੀ ਬਾਹਰੋਂ ਸਫੇਦ ਰੰਗ ਦੇ ਚੋਗੇ ਭਾਵੇਂ ਪਾ ਲਵੇਂ, ਧਰਮੀ ਲਿਬਾਸ ਧਾਰਨ ਕਰ ਲਵੇਂ, ਤੇ ਜੇ ਜੀਵਾਂ ਨੂੰ ਠੱਗ ਕੇ ਉਹਨਾਂ ਨੂੰ ਮਾਰ ਕੇ ਕੋਹ ਖਾਣ ਦੀ ਬਿਰਤੀ ਰੱਖਦਾ ਤੇ ਬਾਹਰੋਂ ਧਰਮੀ ਲਿਬਾਸ ਬਣਾ ਕੇ ਆਖੇ ਵੀ ਮੈਂ ਪਰਮਹੰਸ ਸਾਧੂ ਹਾਂ, ਤੂੰ ਹੰਸ ਨਹੀਂ ਹੋ ਸਕਦਾ। ਬਗਲਾ ਬਗਲਾ ਹੀ ਰਹੇਗਾ। ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲਨ। ਸਿਮਲ ਦਾ ਬੂਟਾ ਹੁੰਦਾ ਉੱਚਾ, ਉਹਦੇ ਤੇ ਫੁੱਲ ਤੇ ਫਲ ਲੱਗਦੇ ਆ ਜਿਹੜੇ ਖਾਣ ਦੇ ਕੰਮ ਨਹੀਂ ਆਉਂਦੇ। ਮੈਜਨ ਕਹਿੰਦੇ ਆ ਤੋਤਿਆਂ ਨੂੰ। ਤੋਤੇ ਵਿਚਾਰੇ ਭੁੱਲ ਭੁਲੇਖੇ ਭਰਮ ਦੇ ਵਿੱਚ ਵੀ ਇਹ ਫਲ ਲੱਗੇ ਹੋਏ ਨੇ ਖਾਣ ਵਾਸਤੇ ਪਹੁੰਚਦੇ ਆ। ਜਦੋਂ ਜਾ ਕੇ ਫਲ ਖਾਣ ਲੱਗਦੇ ਆ ਤੇ ਫਲ ਫਿੱਕੇ ਫੁੱਲ ਬੱਕ ਬਕੇ। ਇਦਾਂ ਦਾ ਫਿਰ ਉਹਨਾਂ ਦਾ ਹਾਲ ਹੈ, ਉਹ ਨਾ ਖਾਣ ਦੇ ਕੰਮ ਆਉਂਦੇ ਆ ਨਾ ਪੁੰਚਣ ਦੇ ਕੰਮ ਆਉਂਦੇ ਆ, ਤੇ ਨਿਰਾਸ਼ ਹੋ ਕੇ ਉਹ ਤੋਤਾ ਉੱਥੋਂ ਮੁੜ ਜਾਂਦਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਆ, ਹੇ ਸੱਜਣ ਤੂੰ ਵੀ ਸਿਮਲ ਦੇ ਬੂਟੇ ਵਾਂਗੂ ਵੇਖਣ ਨੂੰ ਉੱਚਾ ਲੱਗਦਾ, ਵੇਖਣ ਨੂੰ ਪਤਾ ਲੱਗਦਾ ਵੀ ਤੂੰ ਲਿਬਾਸ ਧਰਮੀ ਧਾਰਨ ਕੀਤਾ ਹੋਇਆ ਹੈ। ਔਰ ਬੜੇ ਮੁਸਾਫਰ ਆਉਂਦੇ ਆ, ਵੇਖ ਕੇ ਤੋਤਿਆਂ ਵਾਂਗੂ ਭਰਮ ਜਾਂਦੇ ਆ ਤੇ ਤੇਰੇ ਕੋਲ ਪਹੁੰਚਦੇ ਆ। ਜਦੋਂ ਉਹ ਤੇਰੇ ਕੋਲ ਆਉਂਦੇ ਆ ਤੇ ਇੱਥੇ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ। ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ। ਉਸ ਸਿਮਲ ਦੇ ਫੁੱਲ ਤੇ ਫਲ ਜਿਹੜੇ ਨੇ ਉਹ ਕੰਮ ਨਹੀਂ ਆਉਂਦੇ। ਕਹਿੰਦੇ ਹੇ ਪ੍ਰਭੂ, ਮੇਰੇ ਵਿੱਚ ਵੀ ਇਹੋ ਜਿਹੀ ਔਗਣ ਨੇ, ਵੇਖਣ ਨੂੰ ਭਾਵੇਂ ਮੈਂ ਬੜਾ ਸੁੰਦਰ ਸਵਰੂਪ ਨਜ਼ਰ ਆਉਣਾ, ਮਨੁੱਖ ਨਜ਼ਰ ਆਉਣਾ, ਮਨੁੱਖਾਂ ਵਾਲੇ ਬਾਹਰੋਂ ਸਾਰੇ ਅੰਗ ਚਿੰਨ ਨਜ਼ਰ ਆਉਂਦੇ ਆ, ਪਰ ਹੇ ਪ੍ਰਭੂ ਅੰਦਰੋਂ ਕੇਵਲ ਔਗਣਾਂ ਦਾ ਭਰਿਆ ਹੋਇਆ ਸਖਣਾ ਹਾਂ। ਹੇ ਸੱਜਣ ਤੂੰ ਏਦਾਂ ਆਪਣੇ ਮਨ ਵਿੱਚ ਜਾਣ ਲੈ। ਮੈਂ ਜਨ ਪਾਠ ਇਕੱਠਾ ਵੀ ਮਹਾਂਪੁਰਸ਼ ਕਰਦੇ ਆ, ਤੇ ਫਰੀਦਕੋਟੀ ਟੀਕੇ ਵਿੱਚ ਜਿਹੜਾ ਸਭ ਤੋਂ ਪਹਿਲਾ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹਨਾਂ ਨੇ ਮੈਂ ਜਨ ਵੱਖਰਾ ਵੱਖਰਾ ਪਾਠ ਕਰਕੇ ਅਰਥ ਵੀ ਕੀਤੇ ਹਨ ਕਿ ਉਸ ਸਿਮਲ ਰੁੱਖ ਰੂਪੀ ਦਰਖਤ ਵਾਂਗੂ ਤੈਨੂੰ ਵੇਖ ਕੇ ਆਮ ਕਰਕੇ ਜਿਹੜੇ ਜਨ ਨੇ ਉਹ ਭਰਮ ਜਾਂਦੇ ਆ, ਉਹ ਤੇਰੇ ਕੋਲ ਆਉਂਦੇ ਆ ਔਰ ਤੂੰ ਉਹਨਾਂ ਨੂੰ ਮਾਰ ਕੇ ਖਾਨਾ, ਉਹਨਾਂ ਨੂੰ ਲੁੱਟਦਾ ਹੈ। ਸੋ ਇਸ ਪ੍ਰਕਾਰ ਤੂੰ ਆਪਣੇ ਹਿਰਦੇ 'ਚ ਜਾਣ ਲੈ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਪਾਤਸ਼ਾਹ ਕਹਿੰਦੇ ਆ ਅੰਦਲਿਆਂ ਨੇ ਸਿਰ ਤੇ ਭਾਰ ਚੁੱਕ ਲਿਆ। ਇੱਕ ਤਾਂ ਨੇਤਰਾਂ ਤੋਂ ਅੰਨੇ, ਦੂਜਾ ਸਿਰ ਤੇ ਪੰਡ ਬੜੀ ਵੱਡੀ ਚੁੱਕ ਲਈ, ਤੀਜਾ ਪਹਾੜੀ ਰਾਹ ਆ ਬੜਾ ਭਿਆਨਕ। ਹੁਣ ਦੱਸੋ ਵੀ ਕਿਵੇਂ ਟੁਰੇ। ਇੱਕ ਤਾਂ ਅੰਨਾ, ਅੰਨੇ ਨੂੰ ਉੱਦਾਂ ਟੁਰਨਾ ਔਖਾ, ਦੂਜਾ ਸਿਰ ਤੇ ਭਾਰ ਚੁੱਕ ਲਿਆ, ਪੰਡ ਚੁੱਕ ਲਈ ਆ ਬੜੀ ਵੱਡੀ, ਤੀਜਾ ਡੂਗਰ ਰਸਤਾ ਹੈ, ਪਹਾੜੀ ਰਾਹ ਹੈ। ਹਾਂਜੀ, ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ। ਕਹਿੰਦੇ ਫਿਰ ਹੁਣ ਅੱਖਾਂ ਨਹੀਂ ਹਨ ਉਸ ਰਸਤੇ ਦੇ ਉੱਤੇ, ਹੁਣ ਰਸਤਾ ਲੱਭਦਾ ਨਹੀਂ ਹੈ, ਸੁਝਦਾ ਨਹੀਂ ਹੈ ਵੀ ਜਾਣਾ ਕਿੱਥੇ ਹੈ। ਇਹਦੇ ਅਰਥ ਨੇ ਅੰਤਰੀਵੀ ਭਾਵ ਦੇ ਕਿ ਅਗਿਆਨਤਾ ਦੇ ਹਨੇਰੇ 'ਚ ਅੰਨੇ ਹੋਏ ਮਨੁੱਖ ਨੇ ਆਪਣੇ ਸਿਰ ਦੇ ਉੱਤੇ ਪਾਪਾਂ ਦੇ ਭਾਰ ਦੀ ਬੜੀ ਵੱਡੀ ਪੰਡ ਚੁੱਕ ਲਈ ਹੈ, ਤੇ ਜੰਮਾਂ ਦਾ ਜਿਹੜਾ ਰਾਹ ਹੈ ਨਾ ਡੂਗਰ ਪਹਾੜੀ, ਉਹ ਬੜਾ ਲੰਮਾ ਹੈ। ਗਿਆਨ ਰੂਪੀ ਚਕਸ਼ੂਆਂ ਤੋਂ ਬਿਨਾਂ, ਗਿਆਨ ਰੂਪੀ ਨੇਤਰਾਂ ਤੋਂ ਬਿਨਾਂ ਹੁਣ ਉਸ ਰਸਤੇ ਤੇ ਟੁਰਿਆ ਨਹੀਂ ਜਾਣਾ। ਅੱਖੀ ਲੋੜੀ ਨਾ ਲਹਾ, ਗਿਆਨ ਰੂਪੀ ਨੇਤਰਾਂ ਤੋਂ ਬਿਨਾਂ ਨਹੀਂ ਪਤਾ ਲੱਗਣਾ। ਤੂੰ ਹਉਮੈ ਦੇ ਹੰਕਾਰ ਦੀ ਹੈਂਕੜ ਵਿੱਚ ਭਰਿਆ ਹੋਇਆ, ਹਉ ਤੇਰੇ ਅੰਦਰ ਹਉਮੈ ਹੈ,
ਉਸ ਹਉਮੈ ਕਰਕੇ ਤੇਰੇ ਕੋਲ ਗਿਆਨ ਰੂਪੀ ਨੇਤਰ ਨਹੀਂ, ਜਿਹਦੇ ਨਾਲ ਤੂੰ ਕਾਮ ਕ੍ਰੋਧ ਰੂਪੀ ਪਹਾੜਾਂ ਨੂੰ ਚੜ੍ਹ ਕੇ ਪਾਰ ਲੰਘ ਸਕੇ। ਹਾਲੇ ਵੀ ਸਮਾਂ ਹੈ ਸੱਜਣਾ, ਆਪਣੇ ਹਿਰਦੇ 'ਚ ਵਿਚਾਰ ਕਰ ਤੇ ਵਿਚਾਰ ਕਰਕੇ ਸੋਚ ਕਿ ਚੜ੍ਹ ਲੰਘਾਂ ਕਿਤ, ਮੈਂ ਕਿਹੜੇ ਤਰੀਕੇ ਨਾਲ, ਕਿਸ ਉਪਾਅ ਨਾਲ ਇਸ ਸੰਸਾਰ ਸਾਗਰ ਤੋਂ, ਇਸ ਪਹਾੜਾਂ ਤੋਂ ਲੰਘ ਕੇ ਪਾਰ ਉਤਰਾਂ ਤੇ ਉਹ ਤਰੀਕਾ ਮੈਂ ਅਪਣਾਵਾਂ। ਇਹ ਵਿਚਾਰ ਹਾਲੇ ਵੀ ਵੇਲਾ ਆ ਆਪਣੇ ਹਿਰਦੇ 'ਚ ਕਰ ਲੈ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕੀਤਾ। ਚਾਕਰੀਆਂ ਤੇ ਚੰਗਿਆਈਆਂ, ਚਲਾਕੀਆਂ ਸੱਜਣਾ, ਇਹ ਪਾਰ ਬ੍ਰਹਮ ਪਰਮੇਸ਼ਰ ਦੇ ਘਰ 'ਚ ਨਹੀਂ ਚੱਲਦੀਆਂ, ਇਹ ਨਿਰੰਕਾਰ ਦੇ ਘਰ 'ਚ ਨਹੀਂ ਚੱਲਦੀਆਂ। ਦੋ ਵਿਅਕਤੀ ਵਪਾਰ ਕਰਦਿਆਂ ਕਿਤੇ ਮੁਨਾਫਾ ਹੋਇਆ ਤੇ ਸੁਖਣਾ ਸੁਖੀ ਕਿ ਜਿਹੜਾ ਲਾਭ ਹੋਇਆ ਉਹ ਲਾਭ ਜਾ ਕੇ ਆਪਣੇ ਭਗਵਾਨ ਅੱਗੇ ਅਰਪਣ ਕਰਨਾ। ਇੱਕ ਗਿਆ ਭਗਵਾਨ ਦੇ ਕੋਲ, ਜਦੋਂ ਦੇਣ ਵਾਸਤੇ ਪਹੁੰਚਿਆ ਤੇ ਹੁਣ ਹਿਰਦਾ ਵਿੱਚੋਂ ਕਿੱਥੇ ਕਹੇ ਵੀ ਇੰਨਾ ਧਨ ਕਿਵੇਂ ਦਿਆਂ, ਸੁਖਣਾ ਤਾਂ ਸੁੱਖ ਬੈਠਾ, ਹੁਣ ਉਹ ਸੁਖੜਾ ਦੇਣੀ ਔਖੀ ਹੋ ਰਹੀ ਹੈ। ਕਹਿੰਦਾ ਹੇ ਭਗਵਾਨ, ਲਿਆ ਤਾਂ ਤੇਰੇ ਕੋਲੋਂ ਹੀ ਹੈ, ਤੈਂ ਹੀ ਦਿੱਤਾ, ਹੁਣ ਤੈਨੂੰ ਕਿਵੇਂ ਦਿਆਂ। ਬੜੀ ਕਸ਼ਮਕਸ਼ ਹਿਰਦੇ 'ਚ ਚੱਲੀ ਤੇ ਅਖੀਰ ਨੂੰ ਉਹਨੇ ਫੈਸਲਾ ਕੀਤਾ, ਕਹਿੰਦਾ ਚੱਲ ਭਗਵਾਨ, ਤੇਰੇ ਤੇ ਮੇਰੇ ਵਿਚਕਾਰ ਮੈਂ ਇੱਕ ਲਕੀਰ ਖਿੱਚਦਾ, ਉਸ ਲਕੀਰ ਤੋਂ ਉਰਲੇ ਪਾਸੇ ਜਿਹੜਾ ਸੁੱਟਾਂਗਾ, ਮੈਂ ਸਾਰਾ ਧਨ ਇਕੱਠਾ ਹੀ ਤੈਨੂੰ ਦੇ ਦਿੰਦਾ, ਜਿਹੜਾ ਮੁਨਾਫਾ ਹੋਇਆ ਕੱਲਾ ਉਹ ਨਹੀਂ, ਸਾਰਾ ਹੀ ਜਿੰਨਾ ਮੇਰੇ ਕੋਲ ਹੈ, ਉਹਦੇ ਚੋਂ ਲਕੀਰ ਦੇ ਪਾਰਲੇ ਪਾਸੇ ਜਿਹੜਾ ਧਨ ਡਿੱਗਾ ਉਹ ਤੇਰਾ, ਜਿਹੜਾ ਉਰਲੇ ਪਾਸੇ ਡਿੱਗਾ ਉਹ ਮੇਰਾ। ਲਕੀਰ ਖਿੱਚ ਕੇ ਜਿਉਂ ਸੁੱਟਣ ਲੱਗਾ, ਹੁਣ ਸੁੱਟਣਾ ਤਾਂ ਇਹਦੇ ਹੱਥ ਵਿੱਚ ਹੀ ਸੀ ਨਾ, ਪਾਰਲੇ ਪਾਸੇ ਕੋਈ ਇੱਕ ਅੱਧਾ ਸਿੱਕਾ ਸੁੱਟ ਦਿਆ ਕਰੇ ਤੇ ਉਰਲੇ ਪਾਸੇ ਬਹੁਤਾ ਧਨ ਆਪਣੇ ਵਾਲੇ ਪਾਸੇ ਸੁੱਟ ਲਿਆ ਕਰੇ। 5-7 ਸਿੱਕੇ ਹੀ ਭਗਵਾਨ ਵਾਲੇ ਪਾਸੇ ਗਏ। ਕਹਿੰਦਾ ਲੈ ਭਗਵਾਨ, ਮੈਂ ਤਾਂ ਆਪਣੇ ਵੱਲੋਂ ਸੁੱਟਦਾ ਹੀ ਸੀ, ਤੇਰੇ ਵੱਲ ਜਾਂਦਾ ਹੀ ਨਹੀਂ ਸੀ, ਮੇਰੇ ਵੱਲ ਡਿੱਗ ਪੈਂਦਾ ਸੀ, ਇਹਦੇ 'ਚ ਮੇਰੀ ਹੁਣ ਕੀ ਗਲਤੀ ਹੈ। ਦੂਜਾ ਇੱਕ ਹੋਰ ਖੜਾ ਸੀ ਉੱਥੇ, ਉਹ ਕਹਿਣ ਲੱਗਾ ਭਗਵਾਨ, ਮੈਂ ਇਸ ਬੰਦੇ ਵਾਂਗੂ ਚਲਾਕ ਨਹੀਂ ਵੀ ਤੇਰੇ ਨਾਲ ਚਲਾਕੀਆਂ ਕਰੇ, ਮੈਂ ਆ ਇਮਾਨਦਾਰ, ਮੈਂ ਆ ਸਮਝਦਾਰ, ਔਰ ਮੈਂ ਤੇਰੇ ਕੀਤੇ ਅਹਿਸਾਨ ਨੂੰ ਆ ਮੰਨਦਾ। ਕਹਿੰਦਾ ਮੈਂ ਇਹਦੇ ਵਾਂਗੂ ਤੇਰੇ ਮੇਰੇ ਵਿੱਚ ਲਕੀਰਾਂ ਨਹੀਂ ਖਿੱਚਣੀਆਂ, ਮੈਂ ਤਾਂ ਸਗੋਂ ਲਕੀਰਾਂ ਵਟਾਣੀਆਂ ਨੇ। ਮੈਂ ਸੁਣਿਆ ਭਗਵਾਨ ਤੂੰ ਆਕਾਸ਼ ਵਿੱਚ ਹੁੰਨਾ, ਮੈਂ ਸਾਰੀ ਪੈਸੇ ਜਿੰਨੀ ਮਾਇਆ ਆਕਾਸ਼ ਨੂੰ ਸੁੱਟਾਂਗਾ, ਜਿੰਨੇ ਤੈਂ ਰੱਖ ਲਏ ਤੇਰੇ, ਜਿਹੜੇ ਜ਼ਮੀਨ ਤੇ ਆ ਗਏ ਉਹ ਮੇਰੇ। ਆਕਾਸ਼ ਵੱਲ ਜਿਉਂ ਸੁੱਟਣ ਲੱਗਾ ਉੱਪਰ ਨੂੰ, ਹੁਣ ਆਕਾਸ਼ ਵਿੱਚ ਕਿੱਥੇ ਬੋਚਣੇ ਸੀ ਪਰਮੇਸ਼ਰ ਨੇ, ਉਹ ਸਾਰੇ ਜ਼ਮੀਨ ਤੇ ਡਿੱਗ ਪਏ। ਕਹਿੰਦੇ ਰੱਬਾ ਤੂੰ ਤਾਂ ਬੜਾ ਵੱਡਾ ਤਿਆਗੀ ਹੈ, ਮੈਂ ਤਾਂ ਤੈਨੂੰ ਸਾਰੇ ਭੇਜੇ ਸੀ ਉੱਤੇ, ਤੂੰ ਰੱਖੇ ਨਹੀਂ, ਸਾਰੇ ਜ਼ਮੀਨ ਤੇ ਭੇਜ ਦਿੱਤੇ ਆ, ਚਲੋ ਹੁਣ ਮੈਂ ਖਰਚ ਲੈਣਾ। ਇਹ ਹੈ ਵਿਅੰਗ, ਪਰ ਇਸ ਵਿਅੰਗ ਵਿੱਚ ਮਨੁੱਖ ਦੀ ਮਾਨਸਿਕਤਾ ਹੈ। ਮਨੁੱਖ ਧਾਰਮਿਕ ਜਗਤ ਦੇ ਮੰਡਲ ਵਿੱਚ ਚਲਦਿਆਂ ਹੋਇਆਂ ਵੀ ਚਲਾਕੀਆਂ ਤੇ ਚਤਰਾਈਆਂ ਨਹੀਂ ਛੱਡਦਾ। ਹਾਲਾਂਕਿ ਇੱਥੇ ਨਾ ਕੋਈ ਚਲਾਕੀ ਚੱਲਣੀ ਹੈ ਨਾ ਚਤਰਾਈ ਚੱਲਣੀ ਹੈ। ਇਹ ਮਨ ਚੰਚਲਾ, ਚਤਰਾਈ ਕਿਹਨਾਂ ਨਾ ਪਾਇਆ। ਗੁਰੂ ਅਮਰਦਾਸ ਸਾਹਿਬ ਜੀ ਫੈਸਲਾ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਆ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਤੇਰੀਆਂ ਸਿਆਣਪਾਂ ਕਿਸੇ ਕੰਮ ਨਹੀਂ ਜੇ ਆਉਣੀਆਂ, ਤੇਰੀਆਂ ਚਲਾਕੀਆਂ ਕਿਸੇ ਕੰਮ ਨਹੀਂ ਜੇ ਆਉਣੀਆਂ। ਤੂੰ ਆਖੇ ਮੈਂ ਚਲਾਕੀਆਂ ਨਾਲ ਜਿਹੜੀਆਂ ਚੰਗਿਆਈਆਂ ਕੀਤੀਆਂ ਨੇ ਲੋਕਾਂ ਨੂੰ ਵਿਖਾਉਣ ਵਾਸਤੇ, ਇਹ ਉੱਥੇ ਕੰਮ ਆਉਣਗੀਆਂ। ਨਾਨਕ ਨਾਮ ਸੰਭਾਲ ਤੂੰ, ਬੱਦਾ ਛੁਟੈ ਹੈ ਜਿੱਤ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹਾਲੇ ਵੀ ਵੇਲਾ ਸੱਜਣਾ, ਤੂੰ ਠੱਗ ਨਾ ਬਣ, ਸੱਜਣ ਬਣ। ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰ ਤੇ ਤੂੰ ਬੰਨਿਆ ਹੋਇਆ ਛੁੱਟ ਸਕਦਾ ਹੈ, ਮੁਕਤ ਹੋ ਸਕਦਾ ਹੈ। ਸਤਿਗੁਰੂ ਜੀ ਦੇ ਬਚਨਾਂ ਦੇ ਅਣੀਆਂ ਵਾਲੇ ਤੀਰ ਸੱਜਣ ਠੱਗ ਦੇ ਹਿਰਦੇ ਨੂੰ ਵੱਜੇ। ਜਿਹੜਾ ਗੁਰੂ ਨਾਨਕ ਸਾਹਿਬ ਨੂੰ ਸ਼ਿਕਾਰ ਬਣਾਉਣਾ ਚਾਹੁੰਦਾ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਪ ਸ਼ਿਕਾਰ ਬਣ ਗਿਆ।
ਔਰ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ ਆਖਿਆ, ਬਖਸ਼ ਲੋ ਪਿਛਲੇ ਗੁਨਾਹ। ਗਰੀਬ ਨਵਾਜ ਪਾਤਸ਼ਾਹ ਨੇ ਤਰਸ ਕੀਤਾ ਭਾਈ ਸੱਜਣ ਨੂੰ, ਭਾਈ ਸੱਜਣ ਬਣਾ ਕੇ ਉਸ ਇਲਾਕੇ ਦੇ, ਮੁਲਤਾਨ ਦੇ ਇਲਾਕੇ ਦਾ ਇਹਨੂੰ ਬੜਾ ਵੱਡਾ ਪ੍ਰਚਾਰਕ ਆਪਣੇ ਘਰੋਂ ਥਾਪਿਆ। ਲੜੀਵਾਰ ਕਥਾ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ ਰਾਮਕਲੀ ਰਾਗ ਵਿੱਚ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦ ਹਨ, ਛੰਤ ਚੱਲ ਰਹੇ ਹਨ। ਸਰਵਣ ਕਰਨ ਤੋਂ ਪਹਿਲਾਂ ਪੰਜਵੇਂ ਗੁਰਦੇਵ ਦੇ ਚਰਨਾਂ 'ਚ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਧਰਮ ਅਰਥ ਅਰ ਕਾਮ ਮੋਖ, ਮੁਕਤ ਪਦਾਰਥ ਨਾਥ। ਖਾਲਸਾ ਜੀ ਸ਼ਲੋਕ ਉਚਾਰਦੇ ਹਨ ਪੰਜਵੇਂ ਗੁਰਦੇਵ। ਚਾਰ ਪਦਾਰਥ ਹਨ, ਪੰਜਵਾਂ ਪਦਾਰਥ ਸੰਸਾਰ 'ਚ ਕੋਈ ਨਹੀਂ। ਧਰਮ ਹਰ ਇੱਕ ਮਨੁੱਖ ਨੂੰ ਚਾਹੀਦਾ ਜੀਵਨ ਲਈ। ਜਿਹੜੇ ਨਾਸਤਕ ਨੇ ਉਹਨਾਂ ਦਾ ਵੀ ਧਰਮ ਹੈ, ਉਹ ਹੈ ਨਾਸਤਕ ਧਰਮ। ਧਰਮ ਤਾਂ ਉਹਨਾਂ ਦਾ ਵੀ ਹੈ ਨਾ, ਨਾਸਤਕ ਵੀ ਉਹ ਰੱਬ ਨੂੰ ਨਹੀਂ ਮੰਨਦੇ, ਵੀ ਤਾਂ ਧਰਮ ਹੀ ਆ ਉਹਨਾਂ ਦਾ। ਅਰਥ, ਅਰਥ ਲੋੜ ਦੀਆਂ ਜਿੰਨੀਆਂ ਵਸਤੂਆਂ। ਅਰਥ ਦਾ ਮਤਲਬ ਸ਼ਬਦ ਦਾ ਵਿਚਾਰ ਕਰਕੇ ਸਾਰੰਸ਼ ਨੂੰ ਸਮਝਣਾ, ਉਹਨੂੰ ਵੀ ਅਰਥ ਕਹਿੰਦੇ ਆ। ਅਰਥ ਲੋੜ ਦੀਆਂ ਵਸਤੂਆਂ ਜੋ ਸਾਨੂੰ ਚਾਹੀਦੀਆਂ ਹਨ। ਮਕਾਨ ਚਾਹੀਦਾ, ਕੱਪੜਾ ਚਾਹੀਦਾ, ਰੋਟੀ ਚਾਹੀਦੀ ਹੈ, ਉਹ ਹੈ ਅਰਥ। ਜੋ ਸਾਡੀਆਂ ਜ਼ਰੂਰਤਾਂ ਹਨ, ਭਾਵੇਂ ਅਸੀਂ ਬਹੁਤ ਸਾਰੀਆਂ ਜ਼ਰੂਰਤਾਂ ਇੱਦਾਂ ਵੀ ਵਧਾ ਲਈਆਂ ਨੇ ਆਪਣੀਆਂ, ਜਿਨ੍ਹਾਂ ਤੋਂ ਬਿਨਾਂ ਅੱਜ ਤੋਂ 10-20 ਸਾਲ ਪਹਿਲਾਂ ਸਰਦਾ ਹੁੰਦਾ ਸੀ, ਹੁਣ ਨਹੀਂ ਸਰਦਾ। ਸੋ ਅਰਥ ਜ਼ਰੂਰਤ ਦੀਆਂ ਵਸਤੂਆਂ। ਕਾਮ, ਕਾਮਨਾ, ਸਭ ਦੇ ਹਿਰਦੇ 'ਚ ਕੋਈ ਨਾ ਕੋਈ ਕਾਮਨਾ ਹੈ। ਸਭ ਦੇ ਹਿਰਦੇ 'ਚ ਕੋਈ ਨਾ ਕੋਈ ਕਾਮਨਾ, ਅਸੀਂ ਸਾਰੀ ਕਾਮਨਾ ਰੱਖਦੇ ਹਾਂ ਕੋਈ ਨਾ ਕੋਈ। ਕਾਮ ਸੰਸਾਰ ਦੀ ਉਤਪਤੀ ਦਾ ਕਾਰਨ ਵੀ ਹੈ, ਕਾਮ ਕਾਮਨਾ ਵੀ ਹੈ, ਤੇ ਕਾਮਨਾ ਵੀ ਸਾਰਿਆਂ ਦੇ ਹਿਰਦੇ ਵਿੱਚ ਹੈ। ਇਹ ਵੀ ਸਭ ਦੀ ਪੂਰਤੀ ਦੀ ਸਾਰਿਆਂ ਨੂੰ ਇੱਛਾ ਹੈ। ਮੋਖ, ਮੁਕਤੀ, ਇਹ ਵੀ ਸਾਰੇ ਚਾਹੁੰਦੇ ਹੈ। ਮੁਕਤੀ ਕੀ ਹੈ? ਮੁਕਤੀ ਹੈ ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ ਦਾ ਨਾਮ ਹੈ ਮੁਕਤੀ। ਮੇਰਾ ਦੁੱਖ ਦੂਰ ਹੋ ਜਾਏ ਔਰ ਮੈਨੂੰ ਸੁੱਖ ਮਿਲ ਜਾਏ, ਇਹਨੂੰ ਮੁਕਤੀ ਕਹਿੰਦੇ ਆ। ਦੱਸੋ ਬਈ ਇਹ ਮੁਕਤੀ ਸੰਸਾਰ 'ਚ ਕਿਹੜਾ ਨਹੀਂ ਚਾਹੁੰਦਾ? ਇਹ ਮੁਕਤੀ ਸਾਰੇ ਚਾਹੁੰਦੇ ਆ ਨਾ, ਭਾਵੇਂ ਕੋਈ ਰੱਬ ਨੂੰ ਮੰਨਦਾ ਨਹੀਂ ਮੰਨਦਾ, ਸਾਰੇ ਚਾਹੁੰਦੇ ਆ ਵੀ ਮੇਰਾ ਦੁੱਖ ਦੂਰ ਹੋਵੇ ਤੇ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਇਹਨੂੰ ਕਹਿੰਦੇ ਆ ਮੁਕਤੀ। ਇਹ ਚਾਰ ਪਦਾਰਥ ਨੇ ਤੇ ਪਾਤਸ਼ਾਹ ਕਹਿੰਦੇ ਆ ਇਹ ਸਾਰੇ ਦੇ ਸਾਰੇ ਚਾਰ ਪਦਾਰਥ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਥ ਹੈ ਤੇ ਇਹਨਾਂ ਚਾਰਾਂ ਪਦਾਰਥਾਂ ਦਾ ਦਾਨ ਦੇਣ ਵਾਲਾ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਇਹ ਧਰਮ ਅਰਥ ਕਾਮ ਮੋਖ ਕਾ ਦਾਤਾ। ਚਾਰੇ ਪਦਾਰਥਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਜੀ ਹਨ। ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ। ਮੇਰੇ ਪਾਰ ਬ੍ਰਹਮ ਪਰਮੇਸ਼ਰ ਨੇ ਮੇਰੇ ਸਾਰੇ ਮਨੋਰਥ ਪੂਰਨ ਕਰ ਦਿੱਤੇ ਹਨ। ਸਗਲ ਮਨੋਰਥ ਪੂਰਿਆ, ਨਾਨਕ ਲਿਖਿਆ ਮਾਥ, ਮੇਰੇ ਮੱਥੇ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਨੇ ਲਿਖ ਦਿੱਤਾ ਔਰ ਮੇਰੇ ਸਾਰੇ ਮਨੋਰਥ ਪੂਰਨ ਹੋ ਗਏ ਹਨ। ਸ਼ੰਤ, ਛੰਤ ਛੰਦ ਦਾ ਇੱਕ ਪ੍ਰਕਾਰ ਹੈ। ਸਗਲ ਇੱਛ ਮੇਰੀ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਓ। ਪਾਤਸ਼ਾਹ ਕਹਿੰਦੇ ਮੇਰੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ ਹਨ। ਕਦੋਂ? ਜਦੋਂ ਨਿਰੰਜਨ ਰਾਜਾ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਮੈਨੂੰ ਮਿਲ ਗਿਆ। ਉਹਨੂੰ ਮਿਲਦਿਆਂ ਹੀ ਮੇਰੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਕੋਈ ਇੱਛਾ ਹਿਰਦੇ ਵਿੱਚ ਬਾਕੀ ਨਹੀਂ ਰਹੀ। ਆਨੰਦ ਭਇਆ ਵੱਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਜਦੋਂ ਮੇਰੇ ਹਿਰਦੇ ਰੂਪੀ ਘਰ ਵਿੱਚ, ਗ੍ਰਹਿ ਕਹਿੰਦੇ ਆ ਘਰ ਨੂੰ, ਹਿਰਦੇ ਰੂਪੀ ਘਰ ਦੇ ਵਿੱਚ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਆ ਕੇ ਪ੍ਰਗਟ ਹੋ ਗਏ ਤਾਂ ਹੇ ਭਾਈ ਫਿਰ ਵੱਡੇ ਭਾਗਾਂ ਵਾਲਿਆਂ ਦੇ ਹਿਰਦਿਆਂ 'ਚ ਆਨੰਦ ਵਰਤ ਗਿਆ। ਉਹ ਆਨੰਦ ਦੇ ਸਹਿਤ ਭਰ ਗਏ। ਗ੍ਰਹਿ ਲਾਲ ਆਏ ਪੁਰਬ ਕਮਾਏ ਤਾਕੀ ਉਪਮਾ ਕਿਆ ਗਣਾ। ਮੇਰੇ ਹਿਰਦੇ ਰੂਪੀ ਘਰ ਵਿੱਚ ਮੇਰੇ ਲਾਲ ਜੀ, ਲਾਲ ਕਿਹਨੂੰ ਕਹਿੰਦੇ ਆ? ਲਾਲ ਕਹਿੰਦੇ ਆ ਪਿਆਰੇ ਨੂੰ।
ਮੇਰੇ ਪਿਆਰੇ ਪ੍ਰਭੂ ਜੀ ਲਾਲ ਜੀ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਗਏ ਹਨ। ਕਿਵੇਂ ਆਏ ਨੇ? ਪੁਰਬ ਕਮਾਏ, ਪੂਰਬਲੇ ਜਨਮਾਂ ਦੇ ਕੋਈ ਚੰਗੇ ਕਰਮ ਕਮਾਏ ਹੋਏ ਅੱਗੇ ਆ ਗਏ ਤੇ ਮੇਰੇ ਲਾਲ ਸੁਆਮੀ ਜੀ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਗਏ। ਤੇ ਮੇਰੇ ਸੁਆਮੀ ਜੀ ਜੋ ਹਿਰਦੇ ਰੂਪੀ ਘਰ ਵਿੱਚ ਆਏ ਨੇ, ਤਾਂ ਕਿ ਉਪਮਾ ਕਿਆ ਗਣਾ, ਉਹਦੀ ਉਪਮਾ ਮੈਂ ਕੀ ਕਹਾਂ। ਖਾਲਸਾ ਜੀ, ਕਿਸੇ ਬਾਰੇ ਉਪਮਾ ਦੇਣੀ ਹੋਵੇ, ਅਸੀਂ ਕਹਿ ਸਕਦੇ ਹਾਂ ਵੀ ਫਲਾਣੇ ਦੀਆਂ ਅੱਖਾਂ ਹਿਰਨ ਦੇ ਬੱਚੇ ਵਾਂਗੂ ਨੇ, ਫਲਾਣੇ ਦਾ ਚਿਹਰਾ ਚੰਨ ਵਰਗਾ, ਫਲਾਣੇ ਦੇ ਕੇਸ ਇਉਂ ਨੇ ਜਿਵੇਂ ਕਾਲੇ ਰੰਗ ਦੇ ਨਾਗ ਹੋਣ। ਉਪਮਾ ਦੇ ਦਿੰਦੇ ਆ ਨਾ। ਤੇ ਜਦੋਂ ਪਰਮੇਸ਼ਰ ਬਾਰੇ, ਸਵਰੂਪ ਬਾਰੇ ਵਰਣਨ ਕਰਨਾ, ਹੁਣ ਉਹਦੇ ਬਾਰੇ ਕੀ ਉਪਮਾ ਦੇਈਏ, ਉਹ ਕਿਹੋ ਜਿਹਾ ਹੈ, ਉਹਦੀ ਉਪਮਾ ਕਹੀ ਨਹੀਂ ਜਾ ਸਕਦੀ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਕਵਨ ਰਸਨਾ ਗੁਣ ਭਣਾ। हे ਪ੍ਰਭੂ, ਤੂੰ ਬੇਅੰਤ ਹੈ, ਪੂਰਨ ਹੈ, ਸੁੱਖਾਂ ਦਾ ਦਾਤਾ ਹੈ, ਸਹਿਜ ਦਾਤਾ ਹੈ। ਖਾਲਸਾ ਜੀ, ਗੁਰਮਤਿ ਦਾ ਮਾਰਗ ਸਹਿਜ ਮਾਰਗ ਹੈ, ਇਹ ਗੱਲ ਚੇਤੇ ਰੱਖਣਾ, ਹੱਠ ਮਾਰਗ ਨਹੀਂ। ਸਹਿਜ ਜੋ ਸੁਤੇ ਸਿੱਧ ਚੱਲਦਾ ਚਲਿਆ ਜਾਵੇ, ਗੁਰਸਿੱਖ ਦਾ ਨਿਤਨੇਮ ਸੁਤੇ ਸਿੱਧ ਹੀ ਹੋ ਜਾਏ, ਉਹਨੂੰ ਸਹਿਜ ਹੀ ਕਹਿੰਦੇ ਆ। ਜੋ ਸਹਿਜੇ ਹੁੰਦਾ ਚਲਿਆ ਜਾਏ, ਉਹ ਸਹਿਜ ਮਾਰਗ ਹੈ। ਕਹਿੰਦੇ ਮਹਾਰਾਜ ਜੀ ਨੇ ਸੁਖ ਤੇ ਸਹਿਜ ਦੇ ਦਾਤੇ ਹਨ। ਸਹਿਜ ਦਾ ਅਰਥ ਮਹਾਂਪੁਰਸ਼ਾਂ ਨੇ ਗਿਆਨ ਵੀ ਕੀਤਾ ਹੈ। ਸਤਿਗੁਰੂ ਜੀ ਸੁਖ ਤੇ ਸਹਿਜ ਦੇ ਦਾਤੇ ਨੇ। ਕਵਨ ਰਸਨਾ ਗੁਣ ਭਣਾ, ਮੈਂ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਕਿਹੜੇ ਕਿਹੜੇ ਗੁਣ ਕਹਾਂ। ਆਪੇ ਮਿਲਾਏ ਗਹਿ ਕੰਠ ਲਾਏ, ਤਿਸ ਬਿਨਾ ਨਹੀਂ ਜਾਏ ਜੀਓ। ਉਹ ਵਾਹਿਗੁਰੂ ਅਕਾਲ ਪੁਰਖ ਜੀ ਆਪ ਹੀ ਆਪਣੇ ਸਰੂਪ 'ਚ ਮਿਲਾਉਣ ਵਾਲੇ ਹਨ। ਸਾਡੀ ਬਾਂਹ ਫੜ ਕੇ ਸਾਨੂੰ ਆਪਣੇ ਕੰਠ ਨਾਲ ਲਾ ਲੈਣ ਵਾਲੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਮੈਨੂੰ ਹੋਰ ਕੋਈ ਜਗ੍ਹਾ ਨਹੀਂ। ਪਲ ਜਾਏ ਨਾਨਕ ਸਦਾ ਕਰਤੇ, ਸਭ ਮਹਿ ਰਹਿਆ ਸਮਾਏ ਜੀਓ। ਸਤਿਗੁਰੂ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ, ਕਰਤਾ ਪੁਰਖ ਤੋਂ, ਜੋ ਸਾਰਿਆਂ ਵਿੱਚ ਸਮਾਇਆ ਹੋਇਆ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਬਦ ਉਚਾਰਦੇ ਹਨ। ਰਨ ਝੁੰਝਣੜਾ ਗਾਓ ਸਖੀ ਹਰ ਏਕ ਧਿਆਵੋ। ਖਾਲਸਾ ਜੀ, ਇਹ ਸ਼ਬਦ ਕੇਵਲ 2 ਪੰਕਤੀਆਂ ਦਾ ਹੈ। ਭਾਈ ਬੰਨੋ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤੋਂ ਉਤਾਰਾ ਕੀਤਾ। ਉਸ ਪਾਵਨ ਬੀੜ ਵਿੱਚ ਭਾਈ ਬੰਨੋ ਨੇ ਸ਼ਬਦ ਸੰਪੂਰਨ ਲਿਖ ਦਿੱਤਾ, ਕੁਝ ਸ਼ਬਦ ਹੋਰ ਵਧਾਏ। ਜਦੋਂ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਬੀੜ ਲੈ ਕੇ ਹਾਜ਼ਰ ਹੋਏ ਤੇ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤੀ। ਖਾਲਸਾ ਜੀ, ਇਹ ਸੰਕੇਤ ਹੈ ਅੱਜ ਦੇ ਵਰਤਮਾਨ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਗੁਰੂ ਸਾਹਿਬ ਜੀ ਪਹਿਲੋਂ ਹੀ ਫੈਸਲਾ ਕਰ ਗਏ ਕਿ ਜੋ ਇਨ ਬਿਨ ਸਾਹਿਬ ਨੇ ਲਿਖ ਦਿੱਤਾ ਉਸੇ ਤਰ੍ਹਾਂ ਰਹੇਗਾ, ਉਹਨੂੰ ਬਦਲਣ ਦਾ ਹੱਕ ਕਿਸੇ ਸਿੱਖ ਨੂੰ ਨਹੀਂ, ਕਿਸੇ ਵੀ ਸਿੱਖ ਨੂੰ ਨਹੀਂ। ਜੇ ਭਾਈ ਬੰਨੋ ਨੇ ਸ਼ਬਦ ਸੰਪੂਰਨ ਕੀਤਾ, ਗੁਰਦੇਵ ਨੇ ਪ੍ਰਵਾਨ ਨਹੀਂ ਕੀਤਾ। ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਬਹੁਤਿਆਂ ਨੇ, ਖਰੇ ਉਹ ਕਿਸੇ ਸਾਜ਼ਿਸ਼ ਦੇ ਤਹਿਤ ਕਰ ਰਹੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਹੈ। ਆਪਣੀ ਮਰਜ਼ੀ ਨਾਲ ਬਿੰਦੀਆਂ, ਟਿੱਪੀਆਂ, ਅਧਕਾਂ ਉੱਤੇ ਲਿਖ ਕੇ ਛਾਪਣੇ ਸ਼ੁਰੂ ਕਰ ਦਿੱਤੇ ਆ। ਪਿੱਛੇ ਜੀ ਉਹਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਥ ਦੀ ਇਕੱਤਰਤਾ ਵੀ ਹੋਈ ਹੈ। ਸੁਚੇਤ ਹੋ ਜਾਣਾ ਚਾਹੀਦਾ, ਸਾਵਧਾਨ ਹੋਣਾ ਚਾਹੀਦਾ ਹੈ। ਹਜ਼ਾਰਾਂ ਸਾਲ ਪਹਿਲਾਂ ਕੁਰਾਨ ਲਿਖੀ ਗਈ, ਉਹਨਾਂ ਨੇ ਆਪਣੀ ਕੁਰਾਨ ਦੀ ਇੱਕ ਆਇਤ ਨੂੰ ਵੀ ਤਬਦੀਲ ਕਰਨ ਦੀ ਕਿਸੇ ਨੂੰ ਜਿਹਮਤ ਨਹੀਂ ਦਿੱਤੀ। ਜਿਵੇਂ ਹੈ ਇਨ ਬਿਨ ਉਸੇ ਤਰ੍ਹਾਂ ਰਹਿਣ ਦਿੱਤਾ ਹੈ। ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜੋ ਗੁਰਦੇਵ ਨੇ ਲਿਖ ਦਿੱਤਾ ਪੰਜਵੇਂ ਪਾਤਸ਼ਾਹ ਨੇ, ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਦਮਦਮਾ ਸਾਹਿਬ, ਗੁਰੂ ਕਾਸ਼ੀ, ਇਨ ਬਿਨ ਉਸੇ ਤਰ੍ਹਾਂ ਹੀ ਰਹੇਗਾ। ਕਿਸੇ ਨੂੰ ਵੀ ਬਦਲਣ ਦਾ ਹੱਕ ਨਹੀਂ ਹੈ, ਸਮੁੱਚੇ ਪੰਥ ਨੂੰ ਵੀ ਨਹੀਂ ਹੈ। ਜੇ ਸਾਰਾ ਪੰਥ ਇਕੱਠਾ ਹੋ ਕੇ ਵੀ ਕਹੇ ਨਾ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸੀਂ ਕੋਈ ਪੰਕਤੀ ਇਸ ਪਾਸੇ ਜਾਂ ਮੰਗਲ ਇੱਧਰ ਉੱਧਰ ਕਰ ਦਈਏ, ਤੇ ਪੂਰੇ ਪੰਥ ਨੂੰ ਵੀ ਹੱਕ ਨਹੀਂ। ਇਹ ਹੱਕ ਕੇਵਲ ਗੁਰੂ ਦਾ, ਕਿਉਂਕਿ ਗੁਰੂ ਸਾਹਿਬ ਪੂਰਨ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਨੇ, ਔਰ ਪੂਰਨ ਗੁਰੂ ਵਿੱਚ ਗੁਰੂ ਕੇ ਸਿੱਖ ਦਾ ਕੋਈ ਫਰਜ਼ ਨਹੀਂ ਕਿ ਕਿਸੇ ਪ੍ਰਕਾਰ ਦੀ ਕੋਈ ਕਮੀ ਕੱਢੇ। ਸੁਚੇਤ ਹੋਣ ਦੀ ਲੋੜ ਹੈ। ਪਾਤਸ਼ਾਹ ਸ਼ਬਦ ਉਚਾਰਦੇ ਨੇ, ਰਣ ਝੁੰਝਣੜਾ ਗਾਓ ਸਖੀ
ਹਰ ਏਕ ਧਿਆਵੋ। ਰਣ ਕਹਿੰਦੇ ਜੰਗ ਦੇ ਮੈਦਾਨ ਨੂੰ। ਜੰਗ ਦੇ ਮੈਦਾਨ ਵਿੱਚ ਜਿਹੜਾ ਰਸਦਾਇਕ ਸ਼ਬਦ ਜਿੱਤ ਦਾ ਗੀਤ ਗਾਇਆ ਜਾਂਦਾ ਉਹਨੂੰ ਕਹਿੰਦੇ ਨੇ ਰਣ ਝੁੰਝਣੜਾ। ਜਿਹੜਾ ਜੰਗ ਦੇ ਮੈਦਾਨ 'ਚ ਜਿੱਤ ਦਾ ਗੀਤ ਗਾਇਆ ਜਾਵੇ। ਕਹਿੰਦੇ ਹੇ ਸਖੀ, ਤੂੰ ਰਣ ਦੇ ਮੈਦਾਨ ਦੇ ਵਿੱਚ ਜਿੱਤ ਗਈ ਹੈ, ਮੋਹ ਰੂਪੀ ਰਾਜੇ ਨੂੰ ਵਿਵੇਕ ਰੂਪੀ ਰਾਜੇ ਦੇ ਨਾਲ ਮਾਰ ਦਿੱਤਾ ਹੈ। ਹੁਣ ਇਸ ਕਰਕੇ ਤੂੰ ਇਸ ਰਸਦਾਇਕ ਜਿੱਤ ਦੇ ਗੀਤਾਂ ਨੂੰ ਗਾਇਨ ਕਰ ਔਰ ਇੱਕ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆ। ਸਤਿਗੁਰ ਤੁਮ ਸੇਵ ਸਖੀ, ਮਨ ਚਿੰਦੇੜਾ ਫਲ ਪਾਵੋ। ਹੇ ਭਾਈ, ਸਤਿਗੁਰਾਂ ਦੀ ਸੇਵਾ ਕਰ ਤੂੰ ਹੇ ਸਖੀ, ਮਨ ਚਿੰਦੇੜਾ ਫਲ ਪਾਵੋ। ਜਦੋਂ ਸਤਿਗੁਰਾਂ ਦੀ ਸੇਵਾ ਕਰੇਂਗੀ ਤਾਂ ਤੈਨੂੰ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋਵੇਗੀ। ਕਰਤਾਰਪੁਰ ਸਾਹਿਬ ਜੋ ਪਾਵਨ ਬੀੜ ਮਹਾਰਾਜ ਜੀ ਨੇ ਸਭ ਤੋਂ ਪਹਿਲੀ ਵੇਰੀ ਪ੍ਰਕਾਸ਼ ਕੀਤੀ ਦਰਬਾਰ ਸਾਹਿਬ, ਉਸ ਪਾਵਨ ਬੀੜ ਵਿੱਚ ਇੱਥੇ ਤਾਈਂ ਸ਼ਬਦ ਹੈ। ਬਾਅਦ ਵਿੱਚ ਜੋ ਛਾਪੇ ਦੀਆਂ ਬੀੜਾਂ ਹਨ, ਦਮਦਮਾ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਵਾਲੀ ਬੀੜ ਹੈ, ਉਹਦੇ ਵਿੱਚ ਇਸੇ ਪ੍ਰਕਾਰ ਨਾਲ ਲਿਖਿਆ ਹੈ। ਇੱਥੇ ਇਸ ਸ਼ਬਦ ਦੀ ਸਮਾਪਤੀ ਕੀਤੀ ਹੈ ਪੰਜਵੇਂ ਗੁਰਦੇਵ ਨੇ। ਗੁਰੂ ਸਾਹਿਬ ਕਿਰਪਾ ਕਰਨ, ਇਹ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ। ਕੋਟਾਨ ਕੋਟ ਸ਼ੁਕਰ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਉਚੇਚੇ ਤੌਰ ਤੇ ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਸਾਹਿਬ ਹੋਣਾ ਦਾ, ਸਾਰੇ ਸਿੰਘਾਂ ਦਾ ਧੰਨਵਾਦ। ਆਓ ਸਮਾਪਤੀ ਕਰੀਏ ਜੀ। ਰਨ ਝੁੰਝਣੜਾ ਗਾਓ ਸਖੀ, ਹਰ ਏਕ ਧਿਆਵੋ। ਸਤਿਗੁਰ ਤੁਮ ਸੇਵ ਸਖੀ, ਮਨ ਚਿੰਦਿਆੜਾ ਫਲ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।